ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਕਦੋਂ ਕੋਈ ਜਦੋਂ ਸਾਡੇ ਵੱਲ ਧਿਆਨ ਨਹੀਂ ਦਿੰਦਾ, ਸਾਨੂੰ ਕੋਈ ਸਾਡਾ ਕੰਮ ਨਹੀਂ ਹੁੰਦਾ, ਤਾਂ ਉਦੋਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਇਹ ਜਿਹੜਾ ਆਵੇਸ਼ ਹੈ ਇਹ ਕਦੇ ਅਵਸਾਦ ਵੱਲ ਚਲਾ ਜਾਂਦਾ, ਡੈਪਰੀਸੀਏਸ਼ਨ ਵੱਲ, ਕਦੇ ਬੜਾ ਅਸੀਂ ਖੁਸ਼ ਹੁੰਦੇ ਹਾਂ। ਇਸ ਚੀਜ਼ ਵੱਲ ਜੇ ਅਸੀਂ ਧਿਆਨ ਦੇਈਏ ਤਾਂ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਤਾਂ ਅਸੀਂ ਪਰੇਸ਼ਾਨੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਟੂ ਗੋ ਅਵੇ ਫਰੋਮ ਅਨਹੈਪੀਨੈਸ। ਔਰ ਉਹਦੇ 'ਚ ਪਰੇਸ਼ਾਨੀ ਤੋਂ ਦੂਰ ਹੋਣ ਵਾਸਤੇ ਅਸੀਂ ਜੋ ਕਰਦੇ ਹਾਂ ਉਹਨੂੰ ਅਸੀਂ ਹੈਪੀਨੈਸ ਸਮਝ ਲੈਂਦੇ ਹਾਂ। ਵਾਸਤਵ ਦੇ ਵਿੱਚ ਉਹ ਹੈਪੀਨੈਸ ਨਹੀਂ ਹੁੰਦੀ ਹੈ, ਉਹ ਸੈਂਸੇਸ਼ਨ ਫॉर ਹੈਪੀਨੈਸ ਹੁੰਦੀ ਹੈ। ਉਹ ਅਸੀਂ ਥਰੂ ਬਾਡੀ ਕੋਈ ਸੋਹਣਾ ਦ੍ਰਿਸ਼ ਦੇਖਣਾ, ਕਦੇ ਕਦੇ ਘੁੰਮਣ ਚਲੇ ਜਾਣਾ, ਸਵਾਦ ਖਾਣਾ ਖਾ ਲੈਣਾ, ਔਰ ਉਸ ਅਨਹੈਪੀਨੈਸ ਤੋਂ ਦੂਰ ਜਾਣ ਵਾਸਤੇ ਕਈ ਵਾਰੀ ਅਸੀਂ ਓਵਰ ਈਟਿੰਗ ਕਰਦੇ ਹਾਂ, ਓਵਰ ਸਲੀਪਿੰਗ ਕਰਦੇ ਹਾਂ, ਫਿਰ ਕਈ ਵਾਰੀ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕੋਈ ਚੱਲ ਯਾਰ ਚਾਹ ਪੀ ਲਈਏ, ਚੱਲ ਯਾਰ ਕੌਫੀ ਖਾ ਲਈਏ, ਫਿਰ ਉਹਦੇ ਬਾਅਦ ਉਹ ਗੁਟਕਾ ਖਾ ਲਈਏ, ਫਿਰ ਕਦੇ ਸ਼ਰਾਬ ਪੀ ਲਈਏ, ਫਿਰ ਕਦੇ ਚੀਜ਼ਾਂ ਉਹ ਡਰੱਗਸ ਵਿੱਚ ਚਲੀ ਜਾਂਦੀਆਂ। ਔਰ ਐਸੀਆਂ ਹੀ ਚੀਜ਼ਾਂ ਕਈ ਵਾਰੀ ਸਾਨੂੰ ਜਿਹੜਾ ਹੈ ਉਹ ਸਮਝ ਪੂਰੀ ਨਾ ਹੋਣ ਕਰਕੇ ਕਿ ਸੁੱਖ ਹੈ ਕੀ, ਔਰ ਕਰਕੇ ਯੁਵਾਵਾਂ ਦੇ ਅੰਦਰ ਅੱਜ ਕਈ ਜਿਸ ਨੂੰ ਐਕਸਟ੍ਰੀਮ ਕੇਸਿਸ ਦੇ ਵਿੱਚ ਸੁਸਾਈਡਲ ਜਿਹੜੀਆਂ ਚੀਜ਼ਾਂ ਨੇ ਉਹ ਵੀ ਧਿਆਨ ਚਾਹੁੰਦੀਆਂ ਨੇ। ਇਸ ਕਰਕੇ ਅਨਹੈਪੀਨੈਸ ਤੋਂ ਦੂਰ ਜਾਣਾ ਔਰ ਹੈਪੀਨੈਸ ਨੂੰ ਸਮਝਣਾ ਇਹ ਬਹੁਤ ਜ਼ਰੂਰੀ ਹੈ। ਔਰ ਜਦੋਂ ਅਸੀਂ ਟੈਂਪਰੇਰੀ ਐਕਸਾਈਟਮੈਂਟ ਜਾਂ ਟੂ ਐਸਕੇਪ ਫਰੋਮ ਅਨਹੈਪੀਨੈਸ, ਇਹ ਵਾਸਤਵ ਦੇ ਵਿੱਚ ਇਸ ਨੂੰ ਐਨੀਮਲ ਕੌਨਸ਼ੀਅਸਨੈਸ ਕਹਿੰਦੇ ਹੈ। ਇਹ ਆਦਮੀ ਵਾਸਤੇ ਇਹ ਸਫੀਸ਼ੀਐਂਟ ਨਹੀਂ ਹੈ। ਜਿਹੜਾ ਜਾਨਵਰ ਹੈ ਉਹਨੂੰ ਤਾਂ ਜਦੋਂ ਖਾਣਾ ਮਿਲ ਜਾਂਦਾ ਹੈ ਤਾਂ ਉਹ ਤਾਂ ਆਰਾਮ ਨਾਲ ਗਾਂ ਨੂੰ ਘਾਹ ਮਿਲ ਜਾਏ ਤਾਂ ਘਾਹ ਖਾ ਕੇ ਜੁਗਾਲੀ ਕਰਨਾ ਸ਼ੁਰੂ ਕਰ ਦਿੰਦੀ। ਆਦਮੀ ਦਾ ਜਦੋਂ ਪੇਟ ਭਰ ਜਾਂਦਾ ਹੈ ਉਹਦੇ ਦਿਮਾਗ 'ਚ ਹੋਰ ਬਹੁਤ ਸਾਰੀਆਂ ਗੱਲਾਂ ਚੱਲਣੀਆਂ ਸ਼ੁਰੂ ਹੁੰਦੀਆਂ ਨੇ। ਤਾਂ ਉਸ ਦ੍ਰਿਸ਼ਟੀ ਦੇ ਨਾਲ ਇਸ ਨੂੰ ਸਮਝਾਂਗੇ ਤੇ ਤਾਂ ਅਸੀਂ ਜੋ ਆਪਣੀ ਜ਼ਿੰਮੇਵਾਰੀ ਹੈ ਉਸ ਨੂੰ ਅੱਗੇ ਸਮਝ ਸਕਾਂਗੇ। ਉਸ ਦਾ ਫਿਰ ਸੁੱਖ ਹੈ ਕੀ ਇਹਨੂੰ ਸਮਝਣਾ ਹੋਏਗਾ, ਔਰ ਇਹਦੀ ਨਿਰੰਤਰਤਾ ਕਿਵੇਂ ਹੋ ਸਕਦੀ ਹੈ ਇਹਨੂੰ ਸਮਝਣਾ ਹੋਏਗਾ। ਜਿਹੜੇ ਲੋਕ ਇਹ ਸੋਚਦੇ ਨੇ ਕਿ ਸੁੱਖ ਨਿਰੰਤਰ ਹੋ ਹੀ ਨਹੀਂ ਸਕਦਾ, ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਇੱਕ ਨੈਚੁਰਲ ਚੀਜ਼ ਹੈ ਕਿ ਜੇ ਇਹ ਨਾ ਹੋ ਸਕਦਾ ਹੁੰਦਾ ਤੇ ਫਿਰ ਸਾਡੇ ਅੰਦਰ ਉਹਦੀ ਚਾਹਤ ਵੀ ਨਹੀਂ ਹੋਣੀ ਸੀ, ਸਾਡੇ ਅੰਦਰ ਉਸ ਦੀ ਐਸਪਾਇਰੇਸ਼ਨ ਵੀ ਨਹੀਂ ਹੋਣੀ ਸੀ। ਅਸੀਂ ਵੀ ਆਰਾਮ ਨਾਲ ਖਾਣਾ ਖਾ ਕੇ ਤੇ ਆਰਾਮ ਨਾਲ ਪਏ ਰਹਿ ਜਾਂਦੇ, ਪਰ ਆਦਮੀ ਉਸ ਤਰੀਕੇ ਨਾਲ ਰਹਿ ਨਹੀਂ ਪਾਉਂਦਾ ਹੈ। ਤਾਂ ਜਦੋਂ ਇਸ ਨੂੰ ਸਮਝਦੇ ਹਾਂ ਤਾਂ ਇੱਕ ਗੱਲ ਧਿਆਨ 'ਚ ਆਉਂਦੀ ਹੈ ਕਿ ਅਸੀਂ ਕਿਸੇ ਵੀ ਸਥਿਤੀ 'ਚ ਹੋਈਏ, ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹੋਈਏ, ਕਿਸੇ ਵੀ ਸਟੇਟ ਦੇ ਵਿੱਚ ਹੋਈਏ, ਉਸ ਵੇਲੇ ਅਸੀਂ ਅਗਰ ਆਪਣੇ ਆਸ-ਪਾਸ ਦੀ ਸਾਰੇ ਵਾਤਾਵਰਣ ਦੇ ਨਾਲ ਅਗਰ ਅਸੀਂ ਹਾਰਮੋਨੀਅਸ ਹੁੰਦੇ ਹਾਂ, ਅਸੀਂ ਅਗਰ ਸੰਗੀਤ ਦੇ ਵਿੱਚ ਹੁੰਦੇ ਹਾਂ ਕਿ ਬਈ ਅਗਰ ਸਰਦੀ ਦਾ ਮੌਸਮ ਹੈ ਔਰ ਅਸੀਂ ਦੁਖੀ ਹੋਣਾ ਸ਼ੁਰੂ ਹੋ ਜਾਈਏ ਕਿ ਮੈਨੂੰ ਤਾਂ ਗਰਮੀ ਚਾਹੀਦੀ ਹੈ, ਮੈਨੂੰ ਤਾਂ ਗਰਮੀ ਚਾਹੀਦੀ ਹੈ, ਮੈਂ ਤਾਂ ਠੰਡ ਵਿੱਚ ਹਾਂ, ਉਸ ਦੀ ਬਜਾਏ ਅਸੀਂ ਸੋਚੀਏ ਕਿ ਇਹ ਮੌਸਮ ਸਰਦੀ ਦਾ ਹੈ ਔਰ ਸਰਦੀ ਤੋਂ ਬਚਣ ਵਾਸਤੇ ਮੈਨੂੰ ਠੀਕ ਗਰਮ ਕੱਪੜੇ ਚਾਹੀਦੇ, ਤਾਂ ਉਸ ਦੀ ਵਿਵਸਥਾ ਕਰਨਾ ਕਿ ਜੈਸੀ ਸਥਿਤੀ ਹੈ, ਜੈਸੀ परिस्थिति ਹੈ, ਉਸ ਨੂੰ ਸਮਝਣਾ ਕਿ ਇਹ ਕਿਉਂ ਹੈ ਔਰ ਇਸ ਦੇ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ, ਉਸ ਦੀ ਵਿਵਸਥਾ ਕਰਨਾ। ਤਾਂ ਕਿਸੇ ਵੀ ਸਥਿਤੀ ਔਰ परिस्थिति ਦੇ ਵਿੱਚ ਅਗਰ ਮੈਂ ਸੰਗੀਤ ਦੇ ਵਿੱਚ ਹਾਂ, ਹਾਰਮਨੀ ਦੇ ਵਿੱਚ ਹਾਂ ਔਰ ਉਸ ਦੀ ਵਿਵਸਥਾ ਦੇ ਵਿੱਚ ਹਾਂ, ਤਾਂ ਫਿਰ ਮੈਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ। ਔਰ ਜੇ ਮੈਂ ਉਹਦੇ ਨਾਲ ਸੰਗੀਤ ਵਿੱਚ ਨਹੀਂ ਹਾਂ, ਇਸ ਜਗ੍ਹਾ 'ਤੇ ਤਾਂ ਮੈਂ ਰਹਿ ਹੀ ਨਹੀਂ ਸਕਦਾ, ਇਸ ਸਿਚੁਏਸ਼ਨ 'ਚ ਤਾਂ ਮੈਂ ਰਹਿ ਹੀ ਨਹੀਂ ਸਕਦਾ, ਇਹਦਾ ਮਤਲਬ ਹੈ ਕਿ ਮੈਂ ਡਿਸਹਾਰਮਨੀ ਦੇ ਵਿੱਚ ਹਾਂ। ਔਰ ਮੈਨੂੰ ਜਦੋਂ ਇਹ ਲੱਗਦਾ ਹੈ ਕਿ ਮੈਂ ਇਹਦੇ 'ਚ ਕੁਝ ਕਰ ਵੀ ਨਹੀਂ ਸਕਦਾ, ਮੇਰੇ ਕੋਲ ਗਰਮ ਕੱਪੜੇ ਵੀ ਨਹੀਂ ਹੈਗੇ, ਮੈਂ ਸਰਦੀ 'ਚ ਰਹਿ ਵੀ ਨਹੀਂ ਸਕਦਾ, ਮੇਰੇ ਕੋਲ ਕੋਈ ਵਿਵਸਥਾ ਵੀ ਨਹੀਂ ਹੈ, ਤਾਂ ਫਿਰ ਮੈਂ ਦੁਖੀ ਹੁੰਦਾ ਹਾਂ। ਤਾਂ ਜਦੋਂ ਮੈਂ ਸੰਗੀਤ ਔਰ ਵਿਵਸਥਾ ਵਿੱਚ ਹੁੰਦਾ ਤਾਂ ਉਸ ਵੇਲੇ ਮੈਂ ਸੁਖੀ ਹੁੰਦਾ। ਔਰ ਜਦੋਂ ਮੇਰੇ ਅੰਦਰ ਸਵੀਕ੍ਰਿਤੀ ਹੁੰਦੀ ਹੈ ਕਿ ਹਾਂ ਇਹ ਸਰਦੀ ਦਾ ਮੌਸਮ ਹੈ, ਮੈਂ ਸਰਦੀ 'ਚ ਰਹਿਣਾ ਹੈ, ਇਹ ਬਰਸਾਤ ਦਾ ਮੌਸਮ ਹੈ, ਬਰਸਾਤ 'ਚ ਰਹਿਣਾ ਹੈ, ਮੈਂ ਇਸ ਦੇਸ਼ ਦੇ ਵਿੱਚ ਹਾਂ, ਇਸ ਦੇਸ਼ ਦੇ ਵਿੱਚ ਇੱਕ ਨਿਯਮ ਹੈ, ਮੈਂ ਉਸ ਦੇ ਨਿਯਮ ਦਾ ਪਾਲਨ ਕਰਨਾ ਹੈ, ਇਹ ਮੈਨੂੰ ਜਦੋਂ ਸਵੀਕਾਰ ਹੋ ਜਾਂਦਾ ਹੈ, ਦੈਟ ਐਕਸੈਪਟੈਂਸ, ਉਹ ਮੇਰੇ ਸੁੱਖ ਦਾ ਕਾਰਨ ਬਣਦਾ ਹੈ। ਔਰ ਜੇ ਮੈਂ ਉਸ ਨੂੰ ਐਕਸੈਪਟ ਨਹੀਂ ਕਰਦਾ ਹਾਂ, ਉਸ ਸਿਚੁਏਸ਼ਨ ਨੂੰ ਐਕਸੈਪਟ ਨਹੀਂ ਕਰਦਾ ਹਾਂ, ਤਾਂ ਉਹ ਮੇਰੇ ਦੁੱਖ ਦਾ ਕਾਰਨ ਹੋ ਜਾਂਦਾ ਹੈ। ਔਰ ਉਸ ਸਥਿਤੀ परिस्थिति ਦੇ ਵਿੱਚ ਜਦੋਂ ਮੇਰੀ ਐਕਸੈਪਟੈਂਸ ਹੁੰਦੀ ਹੈ
ਤਾਂ ਮੈਂ ਉਹਦੇ ਵਿੱਚ ਬਨੇ ਰਹਿਣਾ ਚਾਹੁੰਦਾ, ਤਾਂ ਫਿਰ ਮੈਂ ਉਹਦੇ ਤੋਂ ਭੱਜਦਾ ਨਹੀਂ ਹਾਂ, ਉਹਦੇ ਤੋਂ ਐਸਕੇਪ ਨਹੀਂ ਹੁੰਦਾ, ਕਿਉਂਕਿ ਮੈਂ ਉਹਦੇ ਅੰਦਰ ਸੁਖੀ ਹੁੰਨਾ। ਸੰਗੀਤ ਵਿੱਚ ਰਹਿਣਾ ਔਰ ਵਿਵਸਥਾ ਵਿੱਚ ਰਹਿਣਾ ਹੀ ਸੁਖ ਹੈ। ਔਰ ਦੂਸਰੇ ਪਾਸੇ ਦੁੱਖ ਕੀ ਹੈ ਕਿ ਮੈਂ ਜਿਹੜੀ ਵੀ ਸਿਚੁਏਸ਼ਨ 'ਚ ਹਾਂ ਉੱਥੇ ਅਗਰ ਇੰਟਰਨਲ ਕੌਨਫਲਿਕਟ ਹੈ ਕਿ ਮੈਨੂੰ ਪਸੰਦ ਤਾਂ ਨਹੀਂ ਆ ਰਹੀ, ਮੈਨੂੰ ਰਹਿਣਾ ਪੈ ਰਿਹਾ ਹੈ, ਮੈਂ ਜਿਹੜੀ ਚੀਜ਼ ਮੈਨੂੰ ਪਸੰਦ ਹੈ ਉਹ ਚੀਜ਼ ਮੈਂ ਕਰ ਨਹੀਂ ਪਾ ਰਿਹਾ, ਮੇਰੇ ਕੋਲ ਵਿਵਸਥਾ ਨਹੀਂ ਹੈ, ਚਾਰੋਂ ਪਾਸੇ ਜਿਹੜਾ ਕੈਓਸ ਹੈ, ਅਵਿਵਸਥਾ ਹੈ, ਤਾਂ ਐਸਾ ਜੀਣਾ ਮੈਨੂੰ ਸਵੀਕਾਰ ਹੀ ਨਹੀਂ ਹੁੰਦਾ। ਔਰ ਜਦੋਂ ਮੈਂ ਐਕਸੈਪਟੈਂਸ ਨਹੀਂ ਹੁੰਦੀ, ਅਨਐਕਸੈਪਟੈਂਸ ਦੇ ਭਾਵ ਦੇ ਵਿੱਚ, ਫੀਲਿੰਗ ਆਫ ਅਨਐਕਸੈਪਟੈਂਸ ਵਿੱਚ ਜਦੋਂ ਮੈਂ ਰਹਿਣਾ ਤਾਂ ਮੈਂ ਉਦੋਂ ਦੁਖੀ ਰਹਿਣਾ। ਔਰ ਐਸੀ ਪਰਿਸਥਿਤੀ ਵਿੱਚੋਂ ਮੈਂ ਨਿਕਲਣਾ ਚਾਹੁੰਦਾ, ਐਸੀ ਪਰਿਸਥਿਤੀ ਵਿੱਚੋਂ ਮੈਂ ਨਿਕਲਣਾ ਚਾਹੁੰਦਾ। ਤਾਂ ਇਨਰ ਕੌਨਫਲਿਕਟ ਔਰ ਅਵਿਵਸਥਾ, ਇਸ ਨੂੰ ਦੁੱਖ ਕਹਿੰਦੇ ਹੈ। ਔਰ ਜਦੋਂ ਮੈਂ ਹਾਰਮਨੀ ਦੇ ਵਿੱਚ ਹੋਣਾ ਔਰ ਮੈਂ ਵਿਵਸਥਾ ਦੇ ਵਿੱਚ ਹੋਣਾ ਤਾਂ ਉਸ ਨੂੰ ਸੁਖ ਕਹਿੰਦੇ ਹੈ। ਔਰ ਉਹਦੇ ਵਿੱਚ ਮੈਂ ਬਨੇ ਰਹਿਣਾ ਚਾਹੁੰਦਾ ਔਰ ਦੁੱਖ ਤੋਂ ਮੈਂ ਨਿਕਲਣਾ ਚਾਹੁੰਦਾ। ਔਰ ਜਦੋਂ ਮੈਂ ਨਿਕਲ ਨਹੀਂ ਪਾਉਂਦਾ ਤਾਂ ਮੈਂ ਦੁਖੀ ਹੁੰਦਾ। ਔਰ ਜਦੋਂ ਮੈਂ ਦੁੱਖ ਤੋਂ ਨਿਕਲਣਾ ਚਾਹੁੰਦਾ ਔਰ ਮੈਨੂੰ ਦੁੱਖ ਤੋਂ ਨਿਕਲਣ ਦਾ ਸਹੀ ਰਸਤਾ ਵੀ ਪਤਾ ਹੁੰਦਾ ਹੈ ਤਾਂ ਫਿਰ ਮੈਂ ਸੁਖੀ ਹੋ ਜਾਣਾ ਕਿ ਹਾਂ, ਮੈਨੂੰ ਪਤਾ ਹੈ ਕਿ ਇਸ ਰਸਤੇ 'ਤੇ ਚੱਲ ਕੇ ਮੈਂ ਵਿਵਸਥਾ ਵਿੱਚ ਆ ਸਕਦਾ, ਮੈਂ ਸੰਗੀਤ ਵਿੱਚ ਆ ਸਕਦਾ, ਤਾਂ ਮੈਂ ਹਿੰਮਤ ਦੇ ਨਾਲ ਉਸ ਰਸਤੇ ਦੇ ਉੱਤੇ ਅੱਗੇ ਵਧਣਾ। ਐਸੇ ਗੱਲ ਨੂੰ ਕਿ ਹੈਪੀਨੈਸ ਦਾ ਮਤਲਬ ਹੈ ਟੂ ਬੀ ਇਨ ਹਾਰਮਨੀ। ਔਰ ਜਦੋਂ ਮੈਂ ਹਾਰਮਨੀ 'ਚ ਨਹੀਂ ਹੁੰਦਾ, ਡਿਸਹਾਰਮਨੀ ਹੁੰਦੀ ਹੈ, ਉਸ ਨੂੰ ਅਨਹੈਪੀਨੈਸ ਕਹਿੰਦੇ ਹੈ। ਔਰ ਐਸੇ ਚੀਜ਼ ਨੂੰ ਮੈਂ ਜਿਹੜੀ ਉਹਨੇ ਤੁਹਾਡੇ ਨਾਲ ਐਕਸਪਲੇਨ ਕੀਤੀ ਹੈ, ਉਸੇ ਨੂੰ ਹੀ ਤੁਹਾਡੇ ਸਾਹਮਣੇ ਸਲਾਈਡ ਦੇ ਵਿੱਚ ਇੰਗਲਿਸ਼ ਵਿੱਚ ਹੈ। ਹੈਪੀਨੈਸ ਇਜ਼ ਟੂ ਬੀ ਇਨ ਹਾਰਮਨੀ, ਅਨਹੈਪੀਨੈਸ ਇਜ਼ ਡਿਸਹਾਰਮਨੀ। ਹੁਣ ਹੈ ਕਿ ਮੇਰੇ ਜੀਣ ਦਾ ਫੈਲਾਅ ਕੀ ਹੈ, ਮੇਰੇ ਚਾਰੋਂ ਪਾਸੇ ਪਰਿਸਥਿਤੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਇੱਕ ਹੈਗਾ ਕਿ ਮੇਰੇ ਅੰਦਰ, ਖੁਦ ਦੇ ਅੰਦਰ ਆਪਣੀਆਂ ਇੱਛਾਵਾਂ ਹੁੰਦੀਆਂ ਨੇ, ਮੇਰੀ ਹੱਲੇ ਤੱਕ ਦੀ ਕੋਈ ਪ੍ਰੀ ਕੰਡੀਸ਼ਨਿੰਗ ਹੋਈ ਹੁੰਦੀ ਹੈ, ਮੈਨੂੰ ਕੋਈ ਚੀਜ਼ਾਂ ਬੜੀਆਂ ਅੱਛੀਆਂ ਲੱਗਦੀਆਂ ਨੇ ਤਾਂ ਮੈਂ ਐਜ਼ ਏ ਹਿਊਮਨ ਬੀਇੰਗ ਜੀਣਾ। ਦੂਜਾ, ਫਿਰ ਮੈਂ ਇਕੱਲਾ ਕਦੇ ਨਹੀਂ ਰਹਿੰਦਾ, ਮੈਂ ਫੈਮਿਲੀ ਦੇ ਵਿੱਚ ਰਹਿੰਦਾ, ਮੈਂ ਇੱਕ ਐਨਵਾਇਰਨਮੈਂਟ ਦੇ ਵਿੱਚ ਰਹਿੰਦਾ, ਮੈਂ ਆਪਣਿਆਂ ਦੇ ਵਿੱਚ ਰਹਿੰਦਾ, ਚਾਹੇ ਮੈਂ ਘਰ ਦੇ ਵਿੱਚ ਰਹਿੰਦਾ, ਚਾਹੇ ਮੈਂ ਆਫਿਸ ਵਿੱਚ ਰਹਿੰਦਾ, ਚਾਹੇ ਮੈਂ ਸਕੂਲ ਵਿੱਚ ਰਹਿੰਦਾ, ਚਾਹੇ ਕਾਲਜ ਵਿੱਚ ਰਹਿੰਦਾ, ਉਹ ਇੱਕ ਮੇਰੀ ਫੈਮਿਲੀ ਹੁੰਦੀ ਹੈ। ਫਿਰ ਮੈਂ ਇੱਕ ਮੇਰੀ ਫੈਮਿਲੀ ਕਿਸੇ ਸੁਸਾਇਟੀ 'ਚ ਰਹਿੰਦੀ ਹੈ। ਜੇ ਮੈਂ ਕਿਸੇ ਕਾਲਜ ਵਿੱਚ ਪੜ੍ਹਦਾ ਜਾਂ ਪੜ੍ਹਾਉਣਾ, ਉਹ ਕਾਲਜ ਵੀ ਕਿਸੇ ਸੁਸਾਇਟੀ ਦਾ ਹਿੱਸਾ ਹੈ। ਮੈਂ ਜਿਸ ਮੁਹੱਲੇ 'ਚ ਰਹਿੰਦਾ, ਮੇਰਾ ਘਰ ਆਸ-ਪਾਸ ਦੀ ਸੁਸਾਇਟੀ ਦਾ ਹਿੱਸਾ ਹੈ। ਤਾਂ ਮੈਂ ਖੁਦ ਵਿੱਚ ਜੀਣਾ ਹਾਂ, ਮੈਂ ਫੈਮਿਲੀ ਵਿੱਚ ਜੀਣਾ ਹਾਂ ਔਰ ਮੈਂ ਸੁਸਾਇਟੀ ਦੇ ਵਿੱਚ ਜੀਣਾ। ਔਰ ਫਿਰ ਸੁਸਾਇਟੀ ਤੋਂ ਇਲਾਵਾ ਇਹ ਪੂਰੀ ਨੇਚਰ ਹੈ, ਪੂਰਾ ਇਨਵਾਇਰਨਮੈਂਟ ਹੈ, ਇਹ ਨਦੀ, ਨਾਲੇ, ਪਹਾੜ, ਜਾਨਵਰ, ਪੇੜ ਪੌਦੇ, ਸੂਰਜ, ਚੰਦਰਮਾ, ਇਹਨਾਂ ਸਾਰਿਆਂ ਦੇ ਨਾਲ ਮੈਂ ਰਹਿਣਾ। ਤਾਂ ਮੇਰਾ ਜੀਣਾ ਜਿਹੜਾ ਹੈ ਉਹ ਆਈਸੋਲੇਸ਼ਨ 'ਚ ਨਹੀਂ ਹੁੰਦਾ ਹੈ। ਔਰ ਮੈਂ ਇਹਦੀ ਜਿਹੜੇ ਚਾਰੋਂ ਪਾਸੇ ਦੀ ਸਥਿਤੀ ਪਰਿਸਥਿਤੀ ਬਣਦੀ ਹੈ ਉਹ ਸਾਰਿਆਂ ਨੂੰ ਮਿਲਾ ਕੇ ਬਣਦੀ ਹੈ। ਮੇਰਾ ਆਪਣਾ ਬਾਡੀ, ਮੇਰੇ ਆਪਣਾ ਸੈਲਫ, ਮੇਰੀ ਆਪਣੀ ਫੈਮਿਲੀ, ਮੇਰੀ ਸੁਸਾਇਟੀ, ਮੇਰੀ ਨੇਚਰ, ਇਹ ਸਾਰੇ ਦੇ ਵਿੱਚ ਕਿਧਰੇ ਵੀ ਕੈਓਸ ਹੁੰਦਾ ਹੈ। ਔਰ ਮੈਨੂੰ ਅਗਰ ਸਮਝ ਨਹੀਂ ਆਉਂਦਾ ਕਿ ਉਸ ਕੈਓਸ ਵਿੱਚੋਂ ਕਿਸ ਤਰ੍ਹਾਂ ਨਿਕਲਿਆ ਜਾ ਸਕਦਾ ਹੈ, ਅਵਿਵਸਥਾ ਹੁੰਦੀ ਹੈ, ਤਾਂ ਮੈਂ ਦੁਖੀ ਹੁੰਦਾ। ਔਰ ਜਦੋਂ ਮੈਨੂੰ ਇਹ ਪਤਾ ਹੁੰਦਾ ਹੈ ਕਿ ਅੱਜ ਚਾਹੇ ਕੈਸੀ ਵੀ ਪਰਿਸਥਿਤੀ ਹੈ ਪਰ ਇਹਦੇ ਵਿੱਚੋਂ ਨਿਕਲ ਸਕਦਾ ਔਰ ਕਿਸ ਤਰ੍ਹਾਂ ਨਿਕਲ ਸਕਦਾ, ਤਾਂ ਫਿਰ ਮੈਂ ਹਿੰਮਤੀ ਹੋ ਕੇ, ਸੁਖੀ ਹੋ ਕੇ ਔਰ ਉਸ ਤੋਂ ਪਾਰ ਪਾਉਂਦਾ ਹਾਂ। ਤਾਂ ਇਹ ਨਿਰੰਤਰ ਸੁੱਖ ਨੂੰ ਸਮਝਣ ਦਾ ਔਰ ਉਸ ਦੇ ਉਹਨੂੰ ਪ੍ਰਾਪਤ ਕਰਨ ਦਾ ਇੱਕ ਸਾਨੂੰ ਰਸਤਾ ਧਿਆਨ ਚਾਹੁੰਦਾ ਹੈ। ਐਸੇ ਚੀਜ਼ ਨੂੰ ਇੰਗਲਿਸ਼ ਦੇ ਵਿੱਚ ਕਿਹਾ ਕਿ 4 ਲੈਵਲਸ ਦੇ ਉੱਤੇ ਸਾਡੀ ਹੈਪੀਨੈਸ ਦੀ ਕੰਟੀਨਿਊਟੀ ਹੁੰਦੀ ਹੈ। ਐਜ਼ ਇੰਡੀਵਿਜੂਅਲ, ਐਜ਼ ਮੈਂਬਰ ਆਫ ਫੈਮਿਲੀ, ਐਜ਼ ਮੈਂਬਰ ਆਫ ਸੋਸਾਇਟੀ ਔਰ ਐਜ਼ ਯੂਨਿਟ ਆਫ ਨੇਚਰ ਔਰ ਐਗਜ਼ਿਸਟੈਂਸ। ਔਰ ਉਸ ਦ੍ਰਿਸ਼ਟੀ ਦੇ ਨਾਲ ਸਾਨੂੰ ਇਹ ਵੀ ਧਿਆਨ ਚਾਹੁੰਦਾ ਹੈ ਕਿ ਜਦੋਂ ਅਸੀਂ ਇਹ ਚਾਰੋਂ ਲੈਵਲਸ ਦੇ ਉੱਤੇ ਹਾਰਮਨੀ ਦੇ ਵਿੱਚ, ਵਿਵਸਥਾ ਵਿੱਚ ਰਹਿ ਪਾਉਂਦੇ ਹਾਂ ਤਾਂ ਅਸੀਂ ਜਿਹੜਾ ਹੈ ਉਹ ਸਾਡੇ ਸੁੱਖ ਦੀ ਕੰਟੀਨਿਊਟੀ ਬਣ ਸਕਦੀ ਹੈ। ਔਰ ਇਹਨਾਂ 'ਚੋਂ ਕਿਸੇ ਵੀ ਸਤਰ ਦੇ ਉੱਤੇ ਅਗਰ ਹਾਰਮਨੀ ਨਹੀਂ ਹੁੰਦੀ, ਜੇ ਸਾਨੂੰ ਲੱਗਦਾ ਹੈ ਕਿ ਕਲਾਈਮੇਟ ਚੇਂਜ ਹੋ ਰਿਹਾ ਹੈ, ਗਲੋਬਲ ਵਾਰਮਿੰਗ ਹੋ ਰਹੀ ਹੈ, ਤਾਂ ਅਸੀਂ ਸੁਖੀ ਨਹੀਂ ਰਹਿ ਸਕਦੇ। ਇਸ ਦੀ ਸਮਝ ਹੋਣ ਦੇ ਨਾਲ ਅਸੀਂ ਆਪਣਾ ਨਿਰੰਤਰ ਸੁਖੀ ਹੋਣ ਦਾ ਕਾਰਜਕ੍ਰਮ ਬਣਾ ਸਕਦੇ ਹਾਂ। ਜਦੋਂ ਸਾਨੂੰ ਧਿਆਨ ਚਾਹੁੰਦਾ ਹੈ ਕਿ ਅਸੀਂ ਹੋਣਾ ਕੀ ਚਾਹੁੰਦੇ ਹਾਂ, ਅਸੀਂ ਪ੍ਰਾਪਤ ਕੀ ਚਾਹੁੰਦੇ ਹਾਂ,
ਅਸੀਂ ਹਾਰਮਨੀ ਦੇ ਵਿੱਚ ਹੋਣਾ ਚਾਹੁੰਦੇ ਹਾਂ। ਅਸੀਂ ਉਸ ਸਥਿਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿੱਥੇ ਅਸੀਂ ਨਿਰੰਤਰ ਸੁਖੀ ਹੋ ਕੇ ਰਹਿ ਸਕੀਏ। ਉਹਦੇ ਵਾਸਤੇ ਕੀ ਹੈ ਕਿ ਸਾਨੂੰ ਵਿਵਸਥਾ ਨੂੰ ਸਮਝਣਾ ਹੋਏਗਾ।